ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु प्यारी साध संगत जी, पिछले काफ़ी दिनों तो जद तो किसानी मोर्चा जिहड़ा दिल्ली दीआं बरूहां ते लग्गिया सीगा, उस वेले तो ये गल चलदी सी और असीं ये गल कही हुई सी कि राजेवाल नूं तां जरूर दो हत्थ करांगे उहदे नाल तां, क्योंकि ਇਹ ਜਿਹੜੀ ਸਾਡੀ ਜਿਹੜਾ ਚੋਣ ਲੜਨ ਦੀ ਗੱਲ ਚੱਲੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ। ਮੈਨੂੰ ਵੀ ਇੱਕ ਪੋਸਟ ਤੋਂ ਹੀ ਪਤਾ ਲੱਗਿਆ ਸੀ ਔਰ ਉਸ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ ਉਹ ਕਿ ਸਮਰਾਲੇ ਏਰੀਏ ਦੇ ਵਿੱਚੋਂ ਜਿਵੇਂ ਸੰਗਤ ਅੱਜ ਬਹੀਰਾਂ ਘੱਤ ਕੇ ਉਰੇ ਪਿੰਡ ਪਹੁੰਚੀ ਹੈ, ਪ੍ਰਸ਼ਾਦਾ ਛਕਣ ਦਾ ਵੀ ਸਵੇਰ ਵਾਲਾ 2 ਵਜੇ 2:30 ਵਜੇ ਟਾਈਮ ਲੱਗਿਆ। ਸੋ ਇਹੋ ਜੀ ਕੋਈ ਗੱਲ ਹੈ ਨਹੀਂ ਸੀਗੀ ਪਹਿਲਾਂ ਮਨ 'ਚ, ਪਰ ਸ਼ੁਰੂ ਤੋਂ ਇਹ ਗੱਲ ਜ਼ਰੂਰ ਰਹੀ कि देखो किसानी मोर्चा आपां लड़न गए दिल्ली तां राजेवाल साहब ने उत्थे सिख कौम नूं और सिखां नूं किवें बंगारिया और किवें सिक्खी नूं बदनाम कीता है ना। पहलां तां कहा भी जिहड़ा निशान साहब ने साडे इन्हां नूं तुसीं इत्थों लाहो, फिर ट्रैक्टरां ते जिहड़े उन्हां ने कहा लगे हुए ने निशान साहब इन्हां नूं लाहो, फिर जिहड़ियां निहंग सिंह फौजां ने ये इत्थों वापस चलियां जाण। साडा जिहड़ा चोण लड़न दा प्रैशर सीगा बाहरों भी विदेशों चों भी बहुत संगत ने मैनूं कहा फोन कर करके, ते तुसीं देखिया भी होना कि पहला असीं तां मैं और दीप ने तां ये फैसला किया होया सी कि असीं चोण लड़नी नहीं हैगी। सो हुण भी सानूं कोई चोणां लड़न दा शौक नहीं। ये जिहड़ी चोणां दी गल चली है, कोई कुछ लिख रहा है कोई कुछ लिख रहा है, साडा पंथक जथेबंदियां नाल टकराਅ दा असीं कदे भी नहीं पंथक जथेबंदियां नाल टकराਅ कीता। ਹੁਣ ਵੀ ਸਾਡਾ ਕੋਈ ਐਸੀ ਨਹੀਂ ਮਨ 'ਚ ਗੱਲ ਹੈਗੀ। ਪਰ ਯਾਰ ਆਪਾਂ ਰਾਜੇਵਾਲ ਨੂੰ ਇੱਕ ਗੱਲ ਤਾਂ ਪੁੱਛ ਸਕਦੇ ਸੀ ਕਿ ਤੁਸੀਂ ਇਹੋ ਜਿਹਾ ਕਿਹੜਾ ਕਿਸਾਨੀ ਮੋਰਚੇ 'ਚ ਮਾਰਕਾ ਮਾਰ ਕੇ ਲਿਆਏ ਹੋ, ਕਿਹੜੀ ਇਹੋ ਜਿਹੀ ਜਿੱਤ ਕੇ ਲਿਆਏ ਹੋ ਜਿਹਦੇ ਕਾਰਨ ਤੁਸੀਂ ਇਲੈਕਸ਼ਨਾਂ 'ਚ ਗਏ ਹੋ। ਸੋ ਪਹਿਲਾਂ ਉੱਥੇ ਜਿਵੇਂ ਦੀਪ ਸਿੱਧੂ ਨੂੰ ਕਿਹਾ ਵੀ RSS ਦਾ ਪਲੰਟਡ ਹੈ, BJP ਦਾ ਪਲੰਟਡ ਹੈ, ਤੇ ਬਾਕੀ ਆਪਣੀ ਕੌਮ ਨੂੰ ਕਿਵੇਂ ਉੱਥੇ ਬਦਨਾਮ ਕਰਨ ਦੀ ਸਿੱਖ ਕੌਮ ਨੂੰ ਇਹਨਾਂ ਨੇ ਕਾਮਰੇਡਾਂ ਨੇ ਕੋਸ਼ਿਸ਼ ਕੀਤੀ ਹੈ। ਉਸੇ ਕਾਰਨ ਸੀ ਕਿ ਉਸ ਇਲਾਕੇ ਦੇ ਵਿੱਚੋਂ ਸੰਗਤ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ, ਸੰਗਤ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਕਿ ਤੁਸੀਂ ਖੁੱਲ੍ਹ ਕੇ ਇਹਦੇ ਬਾਰੇ ਦਲੇਰੀ ਨਾਲ ਬੋਲ ਸਕਦੇ ਹੋ, ਇਹਦੇ ਜੋ ਕਾਰਨਾਮੇ ਨੇ ਕਰੇ ਹੋਏ ਨੇ ਉਹ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਇੱਥੋਂ ਲੜੋ ਇਲੈਕਸ਼ਨ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 26 ਜਨਵਰੀ ਨੂੰ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁੱਲੇ ਨੇ, ਇਸ ਰਾਜੇਵਾਲ ਨੇ ਕਿਵੇਂ ਉੱਥੋਂ ਸਰਟੀਫਿਕੇਟ ਗਦਾਰੀ ਦੇ ਵੰਡੇ, ਕਿਵੇਂ ਸਾਨੂੰ ਇਹ ਗੱਲ ਕਹੀ ਦੀਪ ਸਿੱਧੂ ਨੂੰ ਸਾਨੂੰ ਕਿ ਤੁਸੀਂ BJP ਦੇ RSS ਦੇ ਪਲੰਟਡ ਹੋ। ਔਰ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਰਿਹਾ ਕਿ ਰਾਜੇਵਾਲ ਸਾਹਿਬ ਤੈਨੂੰ ਤਾਂ ਕੇਰਾਂ ਜ਼ਰੂਰ ਟੱਕਰਾਂਗੇ, ਤੈਨੂੰ ਤਾਂ ਤੇਰੀ ਚੀਫ ਮਿਨਿਸਟਰੀ ਦਵਾਂਗੇ ਜ਼ਰੂਰ। ਸੋ ਅਸੀਂ ਤਾਂ ਚੋਣਾਂ ਦੀ ਕੋਈ ਗੱਲ ਨਹੀਂ ਸੀ ਕੀਤੀ। ਹੁਣ ਵੀ ਜਿਹੜੀ ਗੱਲ ਹੈ ਰਾਜੇਵਾਲ ਦੇ ਖਿਲਾਫ ਸੀਗੀ, ਨਾ ਕਿ ਕਿਸੇ ਪੰਥਕ ਜਥੇਬੰਦੀ ਦੇ। ਤੇ ਆਪਣੇ ਪੰਥਕ ਬੰਦੇ ਐਡੀ ਛੇਤੀ ਇਸ ਗੱਲ ਨੂੰ ਆਪਣੇ ਤੇ ਲੈ ਜਾਂਦੇ ਨੇ ਕਿ ਖਨੀ ਸਾਡੀ ਉਹ ਕੋਈ ਗੱਲ ਸੀ, ਇਹੋ ਜੀ ਕੋਈ ਗੱਲ ਨਹੀਂ ਸੀ, ਨਾ ਅਸੀਂ ਇਹੋ ਜੀ ਕੋਈ ਗੱਲ ਕਦੇ ਕੀਤੀ ਹੈ। ਮੈਂ ਤੁਹਾਨੂੰ ਦੱਸਦਾ ਕਿ ਪਰਸੋਂ ਚੌਥੇ ਦੀਪ ਦੇ ਬਾਰੇ ਆਪਣੇ ਵਕੀਲ ਸੀਗੇ ਸਾਡੇ ਭਰਾ ਨੇ, ਅਸੀਂ ਬੜਾ ਸਮਾਂ ਇਕੱਠੇ ਰਹੇ ਹਾਂ ਅੰਮ੍ਰਿਤਸਰ ਅਕਾਲੀ ਦਲ ਵਿੱਚ ਵੀ, ਤੇ ਆਪਣਾ ਜਿਹੜਾ ਹੈਗਾ ਪੰਚ ਪ੍ਰਧਾਨੀ ਵਿੱਚ ਵੀ ਜਸਪਾਲ ਸਿੰਘ ਮੰਝਪੁਰ, ਉਹਨਾਂ ਨੇ ਵੀ ਕੋਈ ਪੋਸਟ ਪਾਈ ਸੀ। ਸਾਨੂੰ ਬੜੀ ਦੁਨੀਆ ਨੇ ਕਿਹਾ ਕਿ ਬੋਲੋ, ਅਸੀਂ ਕਿਹਾ ਵੀ ਨਹੀਂ, ਅਸੀਂ ਕਾਮਰੇਡਾਂ ਨਾਲ ਲੜ ਸਕਦੇ ਹਾਂ, BJP ਨਾਲ ਲੜ ਸਕਦੇ ਹਾਂ, RSS ਨਾਲ ਲੜ ਸਕਦੇ ਹਾਂ, ਤੇ ਕਾਂਗਰਸ ਨਾਲ ਲੜ ਸਕਦੇ ਹਾਂ, ਪ੍ਰਧਾਨ ਮੰਤਰੀ ਨਾਲ ਟਕਰਾ ਸਕਦੇ ਹਾਂ, ਨਰਿੰਦਰ ਮੋਦੀ ਨਾਲ, ਤੇ RSS ਦੇ ਮੁਖੀ ਆ ਜਿਹੜਾ ਮੋਹਨ ਭਾਗਵਤ ਉਹਦੇ ਨਾਲ ਟਕਰਾ ਸਕਦੇ ਹਾਂ। ਲੇਕਿਨ ਅਸੀਂ ਪੰਥਕ ਜਥੇਬੰਦੀਆਂ ਨਾਲ ਕਦੇ ਵੀ ਨਹੀਂ ਟਕਰਾਵਾਂਗੇ, ਨਾ ਅਸੀਂ ਕਦੇ ਸੋਚ ਰੱਖੀ ਹੈ। ਅਸੀਂ ਤਾਂ ਸ਼ੁਰੂ ਤੋਂ, ਮੈਂ ਤਾਂ ਜਿੱਦਾਂ ਨਿਆਣਾ ਹੁੰਦਾ ਅਸੀਂ ਤਾਂ ਪੰਥ ਦੇ ਨਾਲ ਰਹੇ ਹਾਂ, ਕੌਮ ਦੇ ਹਮੇਸ਼ਾ ਨਾਲ ਰਹੇ ਹਾਂ। ਹੁਣ ਵੀ ਜਿਹੜੀ ਗੱਲ ਹੈ ਮੈਂ ਤਾਂ ਹੈਰਾਨ ਹੈ, ਬੰਦਿਆਂ ਦੀਆਂ ਸੋਚਾਂ ਤੋਂ ਪੋਸਟਾਂ ਨੌਜਵਾਨ ਕੱਢ ਕੇ ਦਿਖਾ ਰਹੇ ਸੀ, ਗੱਲਾਂ ਬਾਤਾਂ ਕੀਤੀਆਂ, ਸੁਣੀਆਂ, ਦੇਖੀਆਂ, ਤੇ ਇਹ ਲੜਾਈ ਮਾਨ ਦਲ ਨਾਲ ਤਾਂ ਹੈ ਹੀ ਨਹੀਂ ਸੀ। ਜਿਹੜੀ ਸਾਡੀ ਲੜਾਈ ਹੈ ਇਹ ਤਾਂ ਕਾਮਰੇਡ ਲਾਣੇ ਨਾਲ ਹੈ। ਕਿਵੇਂ ਕਾਮਰੇਡਾਂ ਨੇ ਉੱਥੇ ਕੌਮ ਨੂੰ ਚੈਲੰਜ ਕੀਤਾ, ਕਿਵੇਂ ਸਿੱਖ ਕੌਮ ਨੂੰ ਬਦਨਾਮ ਕੀਤਾ, ਔਰ ਇਹਦੇ ਕਾਰਨ ਇਹ ਸਾਰੀ ਗੱਲ ਸੀਗੀ। ਅਸੀਂ ਤਾਂ ਇਹ ਨੌਜਵਾਨਾਂ ਨੇ ਜਿਹੜੇ ਮੇਰੇ ਨਾਲ ਰਹਿੰਦੇ ਨੇ ਮੁੰਡੇ, ਉਹਨਾਂ ਨੇ ਜਾਂ USA ਚੋਂ ਸਿੰਘਾਂ ਨੇ ਤੇ ਜਾਂ ਕੈਨੇਡਾ ਚੋਂ ਜਾਂ ਆਸਟ੍ਰੇਲੀਆ ਚੋਂ ਹੋਰ ਸਾਰੇ। ਔਰ ਸਭ ਤੋਂ ਬੜੀ ਗੱਲ ਸੀ ਕਿ ਅੱਜ ਸਵੇਰ ਤੋਂ ਸਮਰਾਲੇ ਏਰੀਏ ਚੋਂ
ਖਾਸ ਕਰਕੇ ਸਮਰਾਲੇ ਸ਼ਹਿਰ ਚੋਂ, ਮਾਛੀਵਾੜੇ ਚੋਂ ਤੇ ਖਾਸ ਕਰਕੇ ਪਿੰਡਾਂ ਚੋਂ ਇੰਨੀ ਸੰਗਤ ਆਈ, ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਲੜੋ, ਤੁਸੀਂ ਜੁਰਤ ਨਾਲ ਸਾਰੀਆਂ ਗੱਲਾਂ ਜਿਹੜੀਆਂ ਇਹ ਕਾਮਰੇਡ ਲਾਣਾ ਕਰਦਾ ਉਹ ਕਰ ਸਕਦੇ ਹੋ, ਹੋਰ ਕਿਸੇ ਨੇ ਨਹੀਂ ਕਰਨੀਆਂ ਹੈਗੀਆਂ, ਕਿਉਂਕਿ ਉਸ ਬੰਦੇ ਦੇ ਵਿੱਚ ਹੰਕਾਰ ਹੈ ਔਰ ਹਰੇਕ ਨੂੰ ਡਰਾਊਗਾ। ਸੋ ਇਸ ਕਰਕੇ ਇਹ ਗੱਲ ਕੀਤੀ ਸੀ। ਚਲੋ ਕੋਈ ਗੱਲ ਨਹੀਂ, ਆਪਾਂ ਫੇਰ ਵੀ ਇਸ ਗੱਲ ਤੇ ਵਿਚਾਰ ਕਰਾਂਗੇ ਬੈਠ ਕੇ। ਮੇਰੇ ਕੋਲ ਬਰਿੰਦਰ ਵੀ ਆਇਆ ਹੋਇਆ, ਜਿਹੜਾ ਮਾਨ ਦਲ ਦੀ ਟਿਕਟ ਤੋਂ ਲੜ ਰਿਹਾ ਮੁੰਡਾ, ਮੇਰੇ ਕੋਲ ਖੜੇ ਨੇ ਇਸ ਟਾਈਮ। ਸੋ ਬੈਠ ਕੇ ਗੱਲਾਂ ਬਾਤਾਂ ਕਰਦੇ ਆਂ। ਪਰ ਇਹ ਹੈ ਵੀ ਆਪਾਂ ਰਲ ਮਿਲ ਕੇ ਜਿਵੇਂ ਵੀ ਮਰਜ਼ੀ, ਜੋ ਵੀ ਫੈਸਲਾ ਮਰਜ਼ੀ ਹੋ ਜਵੇ, ਅਸੀਂ ਕੌਮ ਦੇ ਕਦੇ ਖਿਲਾਫ ਨਹੀਂ ਗਏ ਤੇ ਨਾ ਅਸੀਂ ਜਾਣਾ, ਠੀਕ ਹੈ। ਤੇ ਆਪਣੇ ਬੰਦੇ ਸੋਚ ਐਡੀ ਛੋਟੀ ਰੱਖਦੇ ਨੇ ਤੇ ਇਹ ਲੜਾਈਓ ਇਹ ਬਣਾਤੀ ਕਿ ਜਿਹੜੀ ਲੜਾਈ ਪਲਵਿੰਦਰ ਸਿੰਘ ਤਲਵਾੜਾ ਲੜ ਰਿਹਾ, ਉਹ ਮਾਨ ਅਕਾਲੀ ਦਲ ਦੇ ਖਿਲਾਫ, ਜਿਹੜਾ ਇਹਨਾਂ ਦਾ ਮੁੰਡਾ ਖੜਾ ਚੋਣਾਂ 'ਚ, ਸ਼ਾਇਦ ਉਹਦੇ ਖਿਲਾਫ ਹੈ। ਸਾਨੂੰ ਕੋਈ ਮਤਲਬ ਨਹੀਂ ਭਰਾਵੋ ਇਹਨਾਂ ਗੱਲਾਂ ਨਾਲ। ਸਾਡੀ ਤਾਂ ਜਿਹੜੀ ਲੜਾਈ ਹੈ ਉਹ ਮੁੱਖ ਮੰਤਰੀ ਬਣਨ ਨੂੰ ਫਿਰਦਾ, ਤੇ ਮੁੱਖ ਮੰਤਰੀ ਬਣਨ ਨੂੰ ਫਿਰਦਾ ਸਿੱਖ ਕੌਮ ਦੇ ਜ਼ਖਮਾਂ ਤੇ ਲੂਣ ਲਾ ਕੇ, ਠੀਕ ਹੈ, ਸਿੱਖ ਕੌਮ ਨੂੰ ਚੈਲੰਜ ਕਰਕੇ। ਕੱਲ ਨੂੰ ਤਾਂ ਤੁਹਾਨੂੰ ਆ ਕੇ ਪਿੰਡਾਂ 'ਚੋਂ ਇਹ ਵੀ ਗੱਲ ਕਹੂਗਾ ਕਿ ਇਹਨੂੰ ਇਲੈਕਸ਼ਨ ਨੂੰ ਧਾਰਮਿਕ ਰੰਗਤ ਨਾ ਦਿਓ, ਗੁਰੂ ਘਰਾਂ 'ਚ ਨਿਸ਼ਾਨ ਸਾਹਿਬ ਲਾ ਦਿਓ ਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਬੁਲਾਓ, ਠੀਕ ਹੈ, ਤੁਸੀਂ ਕਿਰਪਾਨਾਂ ਨਾ ਪਾਓ। ਹੁਣ ਦੇਖੋ, ਹੁਣ ਸਿੱਖਾਂ ਦੀਆਂ ਪੁਰਾਣੀਆਂ ਜਿਹੜੀਆਂ ਮਿਸਲਾਂ ਵੇਲਿਆਂ ਦੀਆਂ ਗੱਲਾਂ ਕਰ ਰਿਹਾ ਵੋਟਾਂ ਲੈਣ ਦਾ ਮਾਰਾ, ਹੁਣ ਕਿਰਪਾਨ ਵੀ ਪਾਊਗਾ। ਪਰ ਕੋਈ ਗੱਲ ਨਹੀਂ, ਇਹਦਾ ਇਲਾਜ ਕਰਾਂਗੇ ਪੱਕਾ, ਆਪਾਂ ਸਰਗਰਮ ਰਹਾਂਗੇ, ਇੱਥੇ ਪੂਰੀ ਗੱਲਬਾਤ ਕਰਾਂਗੇ। ਸੋ ਬਾਕੀ ਜਿਹੜੀਆਂ ਪੰਥਕ ਧਿਰਾਂ ਨੇ, ਇਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਦ ਤੁਸੀਂ ਆਪ ਫੈਸਲੇ ਕਰਦੇ ਹੁੰਦੇ ਹੋ, ਜਦ ਵੀ ਵਿਚਾਰ ਲਿਆ ਕਰੋ, ਸਲਾਹ ਮਸ਼ਵਰੇ ਕਰ ਲਿਆ ਕਰੋ ਜ਼ਰੂਰ, ਕਿਉਂਕਿ ਜ਼ਰੂਰੀ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਦਾ, ਮੈਂ ਪੜ੍ਹਿਆ ਵੀ ਸਮਰਾਲੇ ਕੰਸਟੀਚੁਐਂਸੀ 'ਚ ਹੈ। 92 ਪਿੰਡਾਂ ਦੇ ਵਿੱਚ ਨਿੱਜੀ ਤੌਰ ਤੇ ਸਾਡੀਆਂ ਰਿਸ਼ਤੇਦਾਰੀਆਂ ਨੇ ਸਮਰਾਲੇ ਹਲਕੇ 'ਚ, ਨਿੱਜੀ ਤੌਰ ਤੇ। ਔਰ ਉਹ ਵਧੀਆ ਰਿਸ਼ਤੇਦਾਰ ਸਾਡੇ, ਜਿਨ੍ਹਾਂ ਦੇ ਮਗਰ ਪਿੰਡਾਂ ਦੇ ਪੰਚ, ਸਰਪੰਚ, ਲੰਬੜਦਾਰ, ਔਰ ਜਿਹੜੀ ਮਾਛੀਵਾੜੇ ਦੀ ਮਿਊਨਿਸਪੈਲਿਟੀ ਆ, ਕਾਰਪੋਰੇਸ਼ਨ, ਉਹਦਾ ਜਿਹੜਾ ਪ੍ਰਧਾਨ ਰਿਹਾ ਉਹ ਵੀ ਸਾਡਾ ਰਿਸ਼ਤੇਦਾਰ ਰਿਹਾ। 16 ਪਰਿਵਾਰ ਟੌਪ ਦੇ ਜਿਹੜੇ ਬਿਜ਼ਨਸ ਕਰਦੇ ਨੇ, ਆੜਤਾਂ ਦਾ ਕੰਮ ਕਰਦੇ ਨੇ, ਖੇਤੀ ਦਾ ਚੰਗਾ ਤਕੜਾ ਕੰਮ ਕਰਦੇ ਨੇ, 16 ਪਰਿਵਾਰ ਸਾਡੇ ਮਾਛੀਵਾੜੇ ਰਹਿ ਰਹੇ ਨੇ। ਔਰ ਮੈਂ ਵੀ ਉੱਥੇ ਸ਼ਾਇਦ 2-4 ਮਹੀਨੇ 'ਚ ਉੱਥੇ ਰਹਿائش ਲੈ ਜਾ, ਕਿਉਂਕਿ ਸਾਡਾ ਸਾਰਾ ਉੱਥੇ ਹੈਗਾ ਸਮਰਾਲੇ ਕੰਸਟੀਚੁਐਂਸੀ 'ਚ। ਹਰ ਪਿੰਡ ਦੇ ਵਿੱਚ ਸਾਡੀ ਜਿਹੜੇ ਸੱਜਣ ਮਿੱਤਰਤਾ ਨੇ ਜ਼ਿਆਦਾ, ਉਹ ਵੀ ਸਮਰਾਲੇ ਕੰਸਟੀਚੁਐਂਸੀ 'ਚ ਨੇ। ਸੋ ਜੇਕਰ ਇਹ ਕਹਿੰਦੇ ਨੇ ਆਪਣਾ ਬਰਿੰਦਰ ਆਇਆ, ਬੱਚਾ ਸਾਡਾ, ਠੀਕ ਹੈ, ਤੇ ਆਏ ਨੇ ਇਹ, ਸੋ ਇਹ ਗੱਲਬਾਤ ਕਰਦੇ ਆਪਾਂ, ਇਹਨਾਂ ਨੂੰ ਵੀ ਇੱਥੇ ਆਪਾਂ ਤੁਹਾਡੇ ਲਿਆਉਣੇ ਆ ਸਾਹਮਣੇ। ਸੋ ਇਹ ਗੱਲ ਸੀ ਵੀ ਆਪਾਂ ਤਾਂ ਕਾਮਰੇਡ ਆ ਨਾ ਜਿਹੜਾ ਰਾਜੇਵਾਲ, ਇਹਦੇ ਮੁਕਾਬਲੇ ਡਟਣਾ ਸੀ। ਤੇ ਬਾਕੀ ਉੱਥੇ ਦਿੱਗਜ ਪਾਰਟੀਆਂ ਲੜਦੀਆਂ ਨੇ ਪੈਸੇ ਵਾਲੀਆਂ। ਮੈਂ ਬਰਿੰਦਰ ਮੇਰੇ ਕੋਲੇ ਖੜਾ ਹੈ ਤੇ ਮੈਂ ਇਹਨੂੰ ਵੀ ਕਿਹਾ ਵੀ ਉੱਥੇ ਬੜੀ ਜਿਹੜੀ ਲੜਾਈ ਹੈ, ਬੜੀ ਤਕੜੀ ਉੱਥੇ ਲੜਾਈ ਲੜਨੀ ਹੈ, ਕਿਉਂਕਿ ਢਿੱਲੋਂ ਪਰਿਵਾਰ ਵੀ ਪੈਸੇ 'ਚ ਬਹੁਤ ਮਜ਼ਬੂਤ ਹੈ, ਆਰਥਿਕ ਪੱਖੋਂ ਵੀ ਬਹੁਤ ਮਜ਼ਬੂਤ ਹੈ, ਤੇ ਉਹ 4-5 ਵਾਰ ਉੱਥੇ ਇਲੈਕਸ਼ਨ ਜਿੱਤੇ ਵੀ ਨੇ MLA ਦੀ। ਸੋ ਔਰ ਉੱਥੇ ਜਦ ਅਕਾਲੀ ਦਲ ਦੇ ਆਪਣਾ ਅਕਾਲੀ ਦਲ ਦੀ ਜਿਹੜੀ ਵੋਟ ਬੈਂਕ ਦਾ ਖੋਰਾ ਲੱਗਿਆ, ਤਾਂ ਜਾਂ ਪੰਥਕ ਖੋਰਾ ਲੱਗਿਆ, ਤੇ ਉਹਦੇ ਵਿੱਚ ਜਿਹੜਾ ਖੀਰਨੀਆ ਪਰਿਵਾਰ ਆ ਉਹਦਾ ਸਭ ਤੋਂ ਵੱਡਾ ਰੋਲ ਰਿਹਾ ਕਿ ਉਹਨਾਂ ਨੇ ਇਲਾਕੇ ਦੇ ਵਿੱਚ ਬਿਲਕੁਲ, ਇਹ ਗੱਲ ਮੈਂ ਤੁਹਾਨੂੰ ਅੱਜ ਇੱਥੋਂ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਪੰਥਕ ਹਲਕਾ ਸਮਰਾਲਾ, 200 ਦੇ ਉੱਤੇ ਪਿੰਡ ਹੈ, ਤੇ 2 ਜਿਹੜੇ ਸ਼ਹਿਰ ਨੇ ਸਮਰਾਲਾ ਔਰ ਮਾਛੀਵਾੜਾ, ਉਹ ਵੀ ਪਿੰਡਾਂ ਵਰਗੇ ਹੀ ਨੇ। ਉੱਥੇ ਵੀ ਜ਼ਿਮੀਂਦਾਰਾਂ ਦੀ ਤੇ ਆਪਣੇ ਪਿੰਡੂ ਲੋਕਾਂ ਦੀ ਫੁੱਲ ਸਰਦਾਰੀ ਹੈ ਦੋਹਾਂ ਸ਼ਹਿਰਾਂ 'ਚ। ਸੋ ਸਾਡੇ ਪਰਿਵਾਰ ਨਾਲ ਤਾਂ ਉੱਥੇ ਅਸੀਂ ਤਾਂ ਉੱਥੇ ਨਿਆਣੇ ਹੁੰਦੇ ਤੋਂ ਲੈ ਕੇ ਜੁੜੇ ਹੋਏ ਸੀਗੇ, ਹਨਾ। ਸੋ ਰਾਜੇਵਾਲ ਦੇ ਮੁਕਾਬਲਾ, ਰਾਜੇਵਾਲ ਨੂੰ ਬੰਦਾ ਬਣਾਉਣਾ ਸੀ, ਉਹਦੇ ਕਰਕੇ ਅਸੀਂ ਤਾਂ ਇਹ ਕਿਹਾ ਸੀ। ਉਹ ਪ੍ਰੈਸ਼ਰ ਇੰਨਾ, ਹੁਣ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਤੇ ਦੀਪ ਦੇ ਵੀ 4-5 ਫੋਨ ਮੈਨੂੰ ਸਵੇਰ ਦੇ ਆਏ ਨੇ ਕਿ ਇਹਦੇ ਬਾਰੇ ਤੁਸੀਂ ਸਮਝਦਾਰ ਹੋ, ਦੇਖ ਕੇ ਕੋਈ ਸਿਆਣਾ ਫੈਸਲਾ ਕਰੋ, ਹਨਾ। ਸੋ ਪਰ ਇਹ ਗੱਲ ਜ਼ਰੂਰ ਹੈ, ਮੈਂ ਮੇਰੇ ਕੋਲ ਬਰਿੰਦਰ ਖੜਾ ਹੈ, ਸਾਡੇ ਬੱਚਿਆਂ ਵਰਗਾ ਹੈ, ਇਹਨਾਂ ਨੂੰ ਇਹ ਜ਼ਰੂਰ ਕਹੂੰਗਾ ਵੀ ਕਿਤੇ ਇਹ ਗੱਲ ਨਾ ਹੋਵੇ ਕਿ ਕੱਲ ਨੂੰ ਆਪਾਂ ਨੂੰ ਵੋਟ ਇਹ ਨਾ ਉੱਥੋਂ ਨਿਕਲੇ, ਹਨਾ। ਅਸੀਂ ਤਾਂ ਉੱਥੇ ਫਾਈਟ ਬੜੀ ਜ਼ਬਰਦਸਤ ਕਰ ਸਕਦੇ ਹਾਂ ਔਰ ਕਰਾਂਗੇ ਵੀ, ਹਨਾ। ਪਰ ਫਿਰ ਵੀ ਇਹ ਹੈ, ਜੇ ਲੜਨੀ ਚਾਹੁੰਦਾ ਬੱਚਾ ਸਾਡਾ ਲੜ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ, ਠੀਕ ਹੈ ਨਹੀਂ। ਤੇ ਚੋਣਾਂ 'ਚ ਕੁਛ ਨਹੀਂ, ਆਪਾਂ ਜੇ ਉੱਥੋਂ ਇੱਕ MLA ਜਾਂ ਪੰਜਾਬ 'ਚੋਂ 2 MLA ਜਿਤਾ ਵੀ ਲਵਾਂਗੇ, ਪੰਜਾਬ ਦਾ ਆਪਾਂ ਫਿਰ ਵੀ ਕੁਛ ਨਹੀਂ ਸਮਾਰ ਸਕਦੇ, ਕਿਉਂਕਿ ਜਿਹੜੀ ਸਾਰੀ ਪਾਵਰ ਆ ਉਹ ਸੈਂਟਰਲਾਈਜ਼ ਕਰ ਲਈ। ਇਹਦੇ ਖਿਲਾਫ ਪੰਜਾਬ ਨੂੰ ਵੱਡਾ ਸੰਘਰਸ਼ ਲੜਨਾ ਪੈਣਾ। ਔਰ ਜਿਵੇਂ ਆਪਾਂ
ਖੇਤੀ ਦਾ ਸੰਘਰਸ਼ ਲੜਿਆ। ਸਾਡੀ ਤਾਂ ਇਹ ਰਾਜੇਵਾਲ ਦੀਆਂ ਜਿਹੜੀਆਂ ਗੱਲਾਂ ਨੇ, ਜਾਂ ਰਾਜੇਵਾਲ 2-2.5 ਕਿੱਲਿਆਂ ਦੇ ਮਾਲਕ ਤੋਂ ਕਿਵੇਂ ਇੱਥੇ ਤੱਕ ਪਹੁੰਚ ਗਿਆ, ਕਿਵੇਂ ਐਡੀਆਂ ਗੱਡੀਆਂ 'ਚ, ਉਹ ਸਾਰਾ ਕੁਝ ਦੱਸਣਾ ਸੀ। ਕਿਵੇਂ ਸ਼ੈਲਰ ਲਾ ਲਏ, ਕਿਵੇਂ ਆੜਤਾਂ ਖੋਲ੍ਹ ਲੀਆਂ। ਸੋ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਜਿਹਨੇ ਗਲਤ ਕਰਿਆ, ਅਸੀਂ ਤਾਂ ਆਪ ਦਾ ਵੀ ਕਹਿੰਦੇ ਆ, ਤੇ ਜੋ ਸਾਡੇ ਬਾਬਾ ਜੀ ਕੋ ਸੀ, ਜੋ ਸਾਡੇ ਫਾਦਰ ਸਾਹਿਬ ਕੋ ਸੀ, ਜੋ ਮੇਰੇ ਕੋ ਸੀ, ਉਹੀ ਸਾਡੇ ਬੱਚਿਆਂ ਕੋਲ ਜਾਣਾ। ਅਸੀਂ ਤਾਂ ਸਾਰੀ ਜ਼ਿੰਦਗੀ ਆਪਣੀ ਇਮਾਨਦਾਰੀ ਤੇ ਔਰ ਕੌਮ ਦੇ ਨਾਲ ਖੜੇ ਆ, ਹਮੇਸ਼ਾ ਖੜਾਂਗੇ। ਮਤ ਕੋਈ ਸਮਝੇ, ਜੇ ਅਸੀਂ ਟਕਰਾਉਣਾ ਹੋਵੇ ਅਸੀਂ ਅਨੇਕਾਂ ਵਾਰ ਟਕਰਾ ਜਾਂਦੇ। ਅਸੀਂ ਤਾਂ ਜਿਹੜਾ ਜਸਪਾਲ ਬਾਰੇ ਗੱਲ ਚੱਲੀ ਸੀ, ਮੰਝਪੁਰ ਬਾਰੇ, ਅਸੀਂ ਤਾਂ ਉਹਦੇ ਬਾਰੇ ਵੀ ਇੱਕ ਸ਼ਬਦ ਨਹੀਂ ਬੋਲਿਆ, ਬਲਕਿ ਮੰਝਪੁਰ ਸਾਹਿਬ ਨੇ ਮੇਰੇ ਨਾਲ ਟੈਲੀਫੋਨ ਤੇ ਗੱਲ ਵੀ ਕਰੀ ਹੈ, ਮੈਸੇਜ ਵੀ ਉਹਨਾਂ ਨੇ ਮੈਨੂੰ ਬੋਲ ਕੇ ਭੇਜਿਆ ਸੀਗਾ, ਔਰ ਮੈਂ ਦੁਬਾਰਾ ਫਿਰ ਉਹਨਾਂ ਨੂੰ ਕਾਲ ਵੀ ਕਰੀ ਹੈ। ਸਾਡੇ ਮਨ 'ਚ ਕੋਈ ਐਸੀ ਗੱਲ ਨਹੀਂ, ਕਿਉਂਕਿ ਅਸੀਂ ਭਾਈ ਦਲਜੀਤ ਸਿੰਘ ਬਿੱਟੂ ਨਾਲ ਇਕੱਠੇ ਰਹੇ ਹਾਂ, ਹਨਾ। ਪਰ ਮੇਰੀ ਇੱਕ ਜ਼ਰੂਰ ਬੇਨਤੀ ਹੈ ਕਿ ਯਾਰ ਆਪਾਂ ਇੱਕ ਦੂਏ ਪ੍ਰਤੀ ਈਰਖਾ ਨਾ ਰੱਖੀਏ। ਈਰਖਾ ਬਹੁਤ ਮਾੜੀ ਹੈ, ਜਿਹਨੂੰ ਈਗੋ ਕਹਿੰਦੇ ਨੇ। ਆਪਾਂ ਇਹਨਾਂ ਚੱਕਰਾਂ 'ਚ ਨਾ ਪਈਏ। ਜਿਹੜਾ ਵੀ ਜਿਵੇਂ ਕੌਮ ਦੀ ਸੇਵਾ ਕਰਦਾ ਹੈ, ਪੰਜਾਬ ਦੇ ਹੱਕ 'ਚ ਡਟ ਕੇ ਖੜਦਾ ਹੈ, ਜਿਵੇਂ ਦੀਪ ਹੈ, ਦੀਪ ਨੇ ਬਹੁਤ ਪੰਜਾਬ ਨੂੰ ਪਿਆਰ ਕਰਦਾ ਹੈ, ਕਿਉਂਕਿ ਜਿੰਨਾ ਅੱਜ ਮੇਰੇ ਨਾਲ ਉਹਦਾ ਪਿਆਰ ਹੈ, ਸਾਨੂੰ ਤਾਂ ਉਹ ਆਪਣਾ ਪਰਿਵਾਰ ਦਾ ਮੈਂਬਰ ਹੀ ਲੱਗਦਾ ਹੈ। ਰੋਜ਼ 5-7 ਵਾਰ ਫੋਨ ਤੇ ਗੱਲ ਹੋਣੀ, ਤੇ ਫਿਰ ਉਸ ਬੰਦੇ ਨੂੰ ਜੇ ਆਪਾਂ ਟਾਰਗੇਟ ਕਰਦੇ ਆ, ਮਨ ਨੂੰ ਯਾਰ ਬੜਾ ਦੁੱਖ ਲੱਗਦਾ, ਹਨਾ। ਇਸ ਤਰ੍ਹਾਂ ਨਾ ਕਰਿਆ ਕਰੋ। ਜੇ ਕੋਈ ਮਨ 'ਚ ਗੱਲ ਹੈ, ਮੈਂ ਮੰਝਪੁਰ ਸਾਹਿਬ ਨੂੰ ਵੀ ਕਹਿਣਾ ਹੈ, ਮੈਂ ਕਿਹਾ ਨਹੀਂ ਸੀਗਾ ਉਦਣ ਕਿ ਅਸੀਂ ਉੱਥੇ ਮੈਂ ਦੀਪ ਨੂੰ ਵੀ ਲਿਆਉਂਗਾ, ਭਾਈ ਦਲਜੀਤ ਸਿੰਘ ਦੇ ਘਰ ਆ ਜਾਾਂਗੇ। ਕੌਮ ਦਾ ਅਨਮੋਲ ਹੀਰਾ ਭਾਈ ਦਲਜੀਤ ਸਿੰਘ ਵੀ, ਔਰ ਮੈਂ ਤਾਂ ਭਾਈ ਦਲਜੀਤ ਸਿੰਘ ਦੀ ਕਿੰਨੀ ਕੁ ਰਿਸਪੈਕਟ ਕਰਦਾ ਹੈ, ਸਾਰੀ ਕੌਮ ਨੂੰ ਪਤਾ ਹੈ, ਤੇ ਮੇਰਾ ਉਹਨਾਂ ਨਾਲ ਪਿਆਰ ਵੀ ਕਿੰਨਾ, ਹਨਾ। ਸੋ ਜਦੋਂ ਭਾਈ ਦਲਜੀਤ ਸਿੰਘ ਜੇਲ੍ਹ ਚੋਂ ਬਾਹਰ ਆਏ ਨੇ, ਅਸੀਂ ਚੱਲ ਕੇ ਉਹਨਾਂ ਕੋਲ ਘਰ ਗਏ ਸੀ, ਤੇ ਮੰਝਪੁਰ ਹੋਣੀ, ਮਨਧੀਰ ਹੋਣੀ, ਗਾਜੀ ਹੋਣੀ, ਪਲਵਿੰਦਰ ਹੋਣੀ, ਸਾਰੇ ਸਾਡੇ ਪਰਿਵਾਰਕ ਮੈਂਬਰੇ ਨੇ, ਸਾਰੇ ਸਾਡੇ ਆਪਣੇ ਹੀ ਨੇ, ਹਨਾ। ਜੇ ਕੋਈ ਮਨ 'ਚ ਕੋਈ ਗੱਲ ਹੈ, ਅਸੀਂ ਤੁਹਾਡੇ ਖਿਲਾਫ ਨਾ ਬੋਲ ਸਕਦੇ ਹਾਂ, ਨਾ ਕੋਈ ਇਲਜ਼ਾਮਬਾਜ਼ੀ ਕਰ ਸਕਦੇ ਹਾਂ, ਕਿਉਂਕਿ ਭਾਈ ਦਲਜੀਤ ਸਿੰਘ ਬਿੱਟੂ ਦਾ ਰੁਤਬਾ ਹੀ ਐਡਾ ਬੜਾ। ਉਹਨੇ ਕੌਮ ਦੀ ਇੰਨੀ ਕੁ ਸੇਵਾ ਕਰੀ ਹੈ, ਐਡਾ ਕੁ ਵੱਡਾ ਕੌਮ ਲਈ ਉਹਨੇ ਇੱਕ ਹਥਿਆਰਬੰਦ ਸੰਘਰਸ਼ ਲੜਿਆ, ਜਿਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਸੋ ਮੇਰੇ ਤਾਂ ਭਾਈ ਦਲਜੀਤ ਸਿੰਘ ਨਾਲ ਜਿਹੇ ਜਿਹੇ ਸੰਬੰਧ ਰਹੇ ਨੇ ਸਾਰਿਆਂ ਨੂੰ ਪਤਾ। ਮੈਂ ਤਾਂ ਅੱਜ ਵੀ ਉਹਨੂੰ ਆਪਣਾ ਵੱਡਾ ਭਰਾ ਸਮਝਦਾ, ਤੇ ਸਦੋਂ ਹੀ ਸਮਝੂੰਗਾ। ਇਹ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲੂਟ ਹੈ ਸਾਡਾ। ਤੇ ਅਸੀਂ ਸਾਡੇ ਛੋਟੇ ਵੀਰ ਨੇ, ਸਾਡੇ ਬਰਾਬਰ ਦੇ ਭਾਈ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਕੋਈ ਦੀਪ ਨਾਲ ਕੋਈ ਮਨ 'ਚ ਕੋਈ ਮਨ ਮੁਟਾਓ ਹੈ, ਭਾਈ ਦਲਜੀਤ ਸਿੰਘ ਦੇ ਘਰ ਆ ਜਾਾਂਗੇ, ਬੈਠ ਕੇ ਆਪਾਂ ਗੱਲ ਕਰੀਏ। ਅਸੀਂ ਤੁਹਾਡੇ ਖਿਲਾਫ ਨਹੀਂ ਬੋਲ ਸਕਦੇ, ਨਾ ਅਸੀਂ ਕਿਸੇ ਵੀ ਪੰਥਕ ਧਿਰ, ਚਾਹੇ ਮਾਨ ਅਕਾਲੀ ਦਲ ਹੈ, ਚਾਹੇ ਦਲ ਖਾਲਸਾ ਹੈ, ਤੇ ਚਾਹੇ ਮੰਝਪੁਰ ਸਾਹਿਬ ਹੋਣੀ ਨੇ, ਮਨਧੀਰ ਹੋਣੀ ਨੇ, ਇਹ ਤਾਂ ਸੋਚਿਓ ਵੀ ਨਾ ਤੁਸੀਂ ਕਦੇ, ਕਿਉਂਕਿ ਅਸੀਂ ਬੀਜੇਪੀ ਨਾਲ ਲੜਾਂਗੇ, RSS ਨਾਲ ਲੜਾਂਗੇ, ਮੋਦੀ ਨਾਲ ਟਕਰਾਵਾਂਗੇ, ਮੋਹਨ ਭਾਗਵਤ ਨਾਲ, ਕਾਂਗਰਸ ਨਾਲ, ਬਾਦਲ ਪਰਿਵਾਰ ਨਾਲ, ਪਰ ਅਸੀਂ ਆਪਣੇ ਪੰਥਕ ਭਰਾਵਾਂ ਨਾਲ ਕਦੇ ਨਾ ਅਸੀਂ ਇਹ ਕਰ ਸਕਦੇ ਹਾਂ, ਤੇ ਨਾ ਅਸੀਂ ਕਦੇ ਸੋਚਿਆ। ਰਹੀ ਗੱਲ ਸਮਰਾਲੇ ਦੀ, ਸਮਰਾਲਾ ਜਿਹੜੀ ਸੀਟ ਹੈ, ਤੇ ਫਿਰ ਇਹ ਦੇਖ ਲਿਓ, ਆਪਣਾ ਸੋਚ ਵਿਚਾਰ ਕਰ ਲੈਣ ਮਾਨ ਦਲ ਵਾਲੇ ਵੀ, ਕਿਤੇ ਅਜਿਹਾ ਨਾ ਹੋਵੇ ਕਿ ਜਿਵੇਂ ਪਿਛਲੀਆਂ ਇਲੈਕਸ਼ਨਾਂ 'ਚ ਆਪਣੇ ਨਾਲ ਹੁੰਦਾ ਆਇਆ ਕਿ ਵੋਟਾਂ ਆਪਾਂ ਬਹੁਤ ਥੋੜੀਆਂ ਤੇ ਰਹਿ ਜਾਈਏ, ਤੇ ਕੱਲ ਨੂੰ ਫਿਰ ਪਛਤਾਉਣਾ ਪੈ ਜਾਵੇ, ਹਨਾ। ਅਸੀਂ ਤਾਂ ਇਸ ਗੱਲ ਦੀ ਗਰੰਟੀ ਕਰਦੇ ਹਾਂ ਕਿ ਉਹਦੀਆਂ ਗੋਡਣੀਆਂ ਲਵਾ ਦਾਂਗੇ, ਚਾਹੇ ਤੇਲੀ ਦੇ 13 ਹੀ ਚਲੇ ਜਾਣ। ਮੇਰਾ ਤਾਂ ਸੁਭਾਅ ਹੈ, ਮੇਰੇ ਬਾਰੇ ਤਾਂ ਪੁੱਛ ਲਿਓ ਸਭ ਨੂੰ, ਜੋ ਗੁਰੂ ਮਹਾਰਾਜ ਨੇ ਬਖਸ਼ਿਆ, ਚਾਹੇ ਸਾਰਾ ਰਿਸਕ ਤੇ ਲਾਉਣਾ ਪੈ ਜਾਵੇ, ਆਪਾਂ ਕਦੇ ਪਿੱਛੇ ਹਟਣ ਵਾਲੇ ਦਿਨ ਨਹੀਂ ਜੰਮੇ। ਆਪਾਂ ਨਾ ਕੌਮ ਤੋਂ ਕਦੇ ਪਿੱਛੇ ਹਟੀਏ, ਨਾ ਕਦੇ ਇਲੈਕਸ਼ਨਾਂ ਤੋਂ। ਸਾਡੇ ਸਰਪੰਚੀ ਦੀ ਇਲੈਕਸ਼ਨ ਹੋਈ ਸੀ ਜਨਰਲ ਪਿਛਲੀ ਵਾਰੀ 25-25 ਲੱਖ ਲਾ ਕੇ, ਬੜੇ ਦਿੱਗਜ, ਠੀਕ ਆ, ਟੋਟਲ ਪੋਲੀਟੀਸ਼ੀਅਨ ਸਾਡੇ ਪਿੰਡ ਦੀ ਜਿਹੜੀ ਸਰਪੰਚੀ ਦੀ ਚੋਣ ਹੈ, ਉਹਦੇ 'ਚ ਇਕੱਠੇ ਸੀ, ਅਕਾਲੀ ਦਲ ਵੀ, ਕਾਂਗਰਸ ਵੀ, ਤੇ ਹੋਰ ਵੀ, ਝਾੜੂ ਵਾਲੇ ਵੀ, ਸਾਰੇ। ਤੇ ਸਾਡੇ ਪਿੰਡ ਦੇ ਵਿੱਚ 25 ਲੱਖ ਰੁਪਏ ਉਹਨਾਂ ਨੇ ਲਾਇਆ ਸੀ, ਗੋਡਣੀਆਂ ਲਵਾਤੀਆਂ ਸੀ ਸਾਰਿਆਂ ਦੀਆਂ। ਸਾਡੇ ਨਾਲ ਲੋਕ ਸੀਗੇ, ਤੇ ਕਦੇ ਅਸੀਂ ਪਿੱਛੇ ਨਹੀਂ ਹਟੇ ਇਹਨਾਂ ਗੱਲਾਂ ਤੋਂ। ਇਸ ਲਈ ਸਾਨੂੰ ਤਾਂ, ਮੈਂ ਤਾਂ ਦੀਪ ਨਾਲ ਸਲਾਹ ਕਰ ਲਾਂਗੇ, 2-4 ਦਿਨ 'ਚ ਦੱਸ ਦਾਂਗੇ। ਅਸੀਂ ਤਾਂ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਹੈ, ਜਿੱਥੇ ਵੀ ਆਪਣਾ ਜਿਹੜਾ ਹੈ ਸਾਨੂੰ ਬੁਲਾਇਆ ਜਾਊਗਾ, ਅਸੀਂ ਉੱਥੇ ਹਾਜ਼ਰ ਹੋਵਾਂਗੇ। ਸੋ ਮੇਰੀ ਬੇਨਤੀ ਹੈ ਇਹ ਕਿ ਅਸੀਂ ਤਾਂ ਹਰ ਵੇਲੇ ਹਾਜ਼ਰ ਹਾਂ, ਕੌਮ ਲਈ ਵੀ ਤੇ ਇਲੈਕਸ਼ਨਾਂ 'ਚ ਜਥੇਬੰਦੀਆਂ ਲਈ ਵੀ। ਤੇ ਬਾਕੀ ਮੇਰੀ ਜਿਹੜੀ ਬੇਨਤੀ ਇਹ ਸੀ ਕਿ ਆਪਾਂ ਬੈਠ ਕੇ ਗੱਲਬਾਤ ਕਰਾਂਗੇ, ਹਨਾ। ਉਹ ਗੱਲਬਾਤ ਦੇ ਵਿੱਚੋਂ ਆਪਾਂ ਜਿਵੇਂ ਵੀ ਦੀਪ ਨਾਲ ਸਲਾਹ ਕਰ ਲਾਂਗੇ, ਜਿੱਥੇ ਵੀ
ਜਦ ਆਪਣੀਆਂ ਦੀਪ ਸਿੱਧੂ ਡਿਊਟੀ ਲਾਊਗਾ ਕਿ ਪ੍ਰਚਾਰ ਕਰਨ ਦੀ ਜਾਂ ਕਿਸੇ ਵੀ ਰਿਸ਼ਤੇਦਾਰ ਸਕੇ ਸੰਬੰਧੀ ਨੂੰ ਕਹਿਣ ਦੀ, ਨਿੱਜੀ ਤੌਰ ਤੇ ਜਾ ਕੇ ਸਮਰਾਲੇ ਵੀ ਤੇ ਹੋਰ ਵੀ ਜਿੱਥੇ ਕਿਤੇ ਕਹਿਣਗੇ ਆਪਾਂ ਜ਼ਰੂਰ ਮਦਦ ਕਰਾਂਗੇ ਵਧੀਆ ਬੰਦਿਆਂ ਦੀ, ਖਾਸ ਕਰਕੇ ਪੰਥਕ ਬੰਦਿਆਂ ਦੀ ਜਿਨ੍ਹਾਂ ਨੇ ਅੱਜ ਤੱਕ ਕਦੇ ਪੰਥ ਦੇ ਖਿਲਾਫ ਕੋਈ ਗੱਲ ਨਹੀਂ ਕਰੀ ਹੋਊਗੀ, ਉਹਨਾਂ ਬੰਦਿਆਂ ਦੀ ਆਪਾਂ ਜ਼ਰੂਰ ਡਟ ਕੇ ਮਦਦ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਸੀ। ਬਾਕੀ ਰਾਜੇਵਾਲ ਨੇ ਬੜਾ ਕੌਮ ਨੂੰ ਚੈਲੰਜ ਕੀਤੇ ਸੀ, ਉੱਥੇ ਬੜਾ ਕੁਝ ਕੌਮ ਬਾਰੇ ਬੋਲਿਆ ਸੀ, ਆਪਣੇ ਨਿਸ਼ਾਨ ਸਾਹਿਬਾਂ ਬਾਰੇ, ਆਪਣਾ ਦੀਪ ਬਾਈ ਬਾਰੇ। ਸੋ ਉਹ ਇਹਨਾਂ ਤੋਂ ਸਾਰੇ ਸਵਾਲ ਮੰਗਾਂਗੇ। ਹੁਣ ਤਾਂ ਆਪਾਂ ਕਰ ਸਕਦੇ ਹਾਂ ਨਾ ਇਹਨੂੰ ਸਵਾਲ, ਕਿਉਂਕਿ ਹੁਣ ਤਾਂ ਇਹ ਵੀ ਪੋਲੀਟੀਕਲ ਬਣ ਗਿਆ। ਇਹਨੇ ਆਪੇ ਕਿਹਾ ਹੋਇਆ ਨਾ ਵੀ ਪੋਲੀਟੀਕਲ ਬੰਦਿਆਂ ਦੀ ਜਿਹੜੀ ਗੱਲ ਹੈ ਉਹ ਆਪਾਂ ਇਹਨਾਂ ਨੂੰ ਸਵਾਲ ਜਵਾਬ ਕਰਿਆ ਕਰੋ, ਉਹ ਆਪਾਂ ਕਰ ਸਕਦੇ ਹਾਂ। ਸੋ ਇਹ ਬੇਨਤੀਆਂ ਸੀ। ਬਾਕੀ ਆਪਣਾ ਵਰਿੰਦਰ ਉਰੇ ਆਇਆ ਸਾਡੇ ਕੋਲ, ਇਹ ਵੀ ਤੁਹਾਨੂੰ ਫਤਿਹ ਸਾਂਝੀ ਕਰ ਲੈਂਦਾ। ਤੇ ਜਿਵੇਂ ਵੀ ਵਾਰਸ ਪੰਜਾਬ ਦੇ ਜਥੇਬੰਦੀ ਜੋ ਡਿਊਟੀ ਲਾਊਗੀ, ਜਿਸ ਵੀ ਕਿਸੇ ਕਿਸਮ ਦੀ ਉਹ ਲਾਉਣਗੇ ਹਨਾ, ਦੀਪ ਪਰ ਮੈਂ ਤਾਂ ਅਸੀਂ ਤਾਂ ਵੈਸੇ ਹੀ ਕਦੇ ਬਿਨਾਂ ਸਲਾਹ ਤੋਂ ਕਦੇ ਕੋਈ ਗੱਲ ਨਹੀਂ ਕਰੀ ਹਨਾ। ਦੀਪ ਜੇ ਕੋਈ ਵੀ ਗੱਲ ਕਰਦਾ ਸਲਾਹ ਕਰਕੇ ਕਰਦਾ, ਜੇ ਮੈਂ ਵੀ ਕੋਈ ਗੱਲ ਕਰਦਾ ਦੀਪ ਨਾਲ ਸਲਾਹ ਕਰਕੇ ਕਰਦਾ ਹਨਾ। ਅੱਜ ਪੋਸਟ ਜਿਹੜੀ ਪਾਉਣੀ ਪਈ, ਸੰਗਤ ਦਾ ਪ੍ਰੈਸ਼ਰ ਇੰਨਾ ਸੀ। ਜੇ ਤੁਸੀਂ ਉਰੇ ਅੱਜ ਚੈਨਲ ਵਾਲੇ ਆਏ ਸੀਗੇ, ਉਹ ਵੀ ਹੈਰਾਨ ਰਹਿ ਗਏ ਦੇਖ ਕੇ, ਇੰਨਾ ਇਕੱਠ ਸੀ। ਔਰ ਸਾਰੇ ਲੋਕਲ ਸਮਰਾਲੇ ਦੇ ਲੋਕ ਸੀਗੇ, ਖਾਸ ਕਰਕੇ ਮਾਛੀਵਾੜੇ ਸ਼ਹਿਰ ਦੇ, ਤੇ ਉਹ ਸਾਰੇ ਬੰਦੇ ਆਏ। ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜ਼ਰੂਰ ਕਰੋ। ਤੇ ਕੁਝ ਵਿਦੇਸ਼ਾਂ ਦੇ ਵਿੱਚੋਂ ਬਹੁਤ ਜ਼ਿਆਦਾ ਦਬਾਅ ਸੀਗਾ ਕਿ ਲੜੋ ਹਨਾ, ਤੇ ਅਸੀਂ ਲੜ ਵੀ, ਤੇ ਉਹਨਾਂ ਨੂੰ ਟੱਕਰ ਦੇਣ ਦੀ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਆ ਕਿ ਸੱਜਣ ਮਿੱਤਰਤਾ ਦਾ ਜਿਹੜਾ ਆਪਣੇ ਭਾਈ ਬੰਦੀ ਦਾ ਜਿਹੜਾ ਪਿਆਰ ਹੈ, ਸਤਿਕਾਰ ਹੈ। ਤਾਂ ਹੁਣ ਵੀ ਤੁਸੀਂ ਦੇਖੋ ਚੰਡੀਗੜ੍ਹ ਤੋਂ ਨੌਜਵਾਨ ਨੇ ਜਿਹੜੇ ਪ੍ਰਾਪਰਟੀ ਦਾ ਕੰਮ ਕਰਦੇ ਨੇ, ਬਿਲਡਿੰਗਾਂ ਬਣਾਉਣ ਦਾ ਕੰਮ ਕਰਦੇ ਨੇ, ਸਾਰੇ ਆਏ ਬੈਠੇ ਨੇ। ਉਹ ਕਹਿੰਦੇ ਵੀ ਕੋਈ ਗੱਲੇ ਨਹੀਂ, ਤੁਸੀਂ ਜਿਵੇਂ ਵੀ ਕਹੇਂਗੇ ਅਸੀਂ ਹਾਜ਼ਰ ਹਾਂ ਹਨਾ। ਪਰ ਕੋਈ ਗੱਲ ਨਹੀਂ, ਪੰਥ ਦੇ ਵਿੱਚ ਅਸੀਂ ਫੁੱਟ ਨਹੀਂ ਪਾਉਣੀ, ਤੇ ਨਾ ਅਸੀਂ ਕਦੇ ਇਹ ਸੋਚ ਲੈ ਕੇ ਚੱਲੇ ਆ ਕਿ ਪੰਥ ਦੇ ਵਿੱਚ ਫੁੱਟ ਪਾਵਾਂਗੇ ਤੇ ਜਾਂ ਕਿਸੇ ਦਾ ਨੁਕਸਾਨ ਕਰਾਂਗੇ। ਤੇ ਇਹ ਜਿਹਦੀ ਵੀ ਮਦਦ ਦੀਪ ਕਹੂਗਾ ਜਾਂ ਸਾਡੀ ਜਥੇਬੰਦੀ ਕਹੂਗੀ, ਉਹਦੀ ਠੋਕ ਵਜਾ ਕੇ ਕਰਾਂਗੇ। ਇਲੈਕਸ਼ਨਾਂ ਜਿਹੜੀਆਂ ਹੈਗੀਆਂ ਨੇ, ਇਲੈਕਸ਼ਨਾਂ ਤਾਂ ਨੌਜਵਾਨ ਲੜਦੇ ਨੇ। ਮੈਂ ਤਾਂ ਪਹਿਲਾਂ ਹੀ ਵੈਸੇ ਨੌਜਵਾਨੀ ਦੇ ਹੱਕ 'ਚ ਆ ਕਿ ਨੌਜਵਾਨ ਜਿਹੜੀ ਪੋਲਿਟਿਕਸ ਹੈ ਪੰਜਾਬ ਪੱਖੀ ਇੱਕ ਪੋਲਿਟਿਕਸ ਖੜੀ ਕਰੀਏ, ਜਿਹਦੇ ਵਿੱਚ ਨੌਜਵਾਨਾਂ ਦਾ ਮੇਨ ਰੋਲ ਹੋਵੇ। ਔਰ ਉਹ ਆਪਾਂ ਹੁਣ ਕਰਾਂਗੇ ਪੱਕੀ। 2027 ਦੀ ਇਲੈਕਸ਼ਨ ਤੱਕ ਇੱਕ ਪੰਜਾਬ ਪੱਖੀ ਪੋਜ਼ਿਟਿਵ ਪੋਲਿਟਿਕਸ ਜਿਹੜੀ ਬਿਲਕੁਲ ਪੰਜਾਬ ਦੇ ਹਿੱਤਾਂ ਦੀ ਗੱਲ ਕਰੂ, ਉਹ ਪੋਲਿਟਿਕਸ ਅਸੀਂ ਖੜੀ ਕਰਾਂਗੇ। ਦੀਪ ਵੀ, ਮੈਂ ਵੀ, ਜਿੰਨਾ ਤਨ ਮਨ ਧਨ ਇਸ ਪੰਜਾਬ ਲਈ, ਆਪਣੀ ਕੌਮ ਲਈ ਹਾਜ਼ਰ ਹੈ। ਤੇ ਬਾਕੀ 2-4 ਦਿਨ ਦੇ ਵਿੱਚ ਇਹ ਹੈ ਵੀ ਸਾਰਾ ਆਪਾਂ ਦੱਸ ਦਾਂਗੇ। ਇਲੈਕਸ਼ਨ ਦੀ ਕੋਈ ਗੱਲ ਨਹੀਂ ਹੈਗੀ, ਕਦੇ ਵੀ ਮਨ 'ਚ ਨਹੀਂ ਸੀ ਸੋਚੀ। ਇਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਉਸ ਏਰੀਏ ਦੇ ਵਿੱਚੋਂ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਲੋਕਾਂ ਨੇ। ਉਹ ਕਹਿੰਦੇ ਵੀ ਤੁਸੀਂ ਸਾਰੀ ਗੱਲ ਉਹਦੀ ਦੱਸ ਸਕਦੇ ਹੋ। ਖਾਸ ਕਰਕੇ ਉੱਥੇ ਪ੍ਰੋਫੈਸਰ ਸਾਹਿਬ ਨੇ ਇੱਕ, ਉਹ ਵੀ ਮੇਰੇ ਨਾਲ 3-4 ਦਿਨ ਦੇ ਸੰਪਰਕ 'ਚ ਦੀ, ਕਾਫੀ ਏਰੀਏ 'ਚ ਤੁਸੀਂ ਸੋਚ ਵੀ ਨਹੀਂ ਸਕਦੇ। 3 ਫੋਨ ਸੀਗੇ ਅੱਜ ਸਵੇਰ ਦੇ ਉਰੇ, ਤੇ ਆਪਣੇ ਚੈਨਲ ਵਾਲੇ ਵੀਰ ਆਏ ਸੀ, 1 ਮਿੰਟ ਕੋਈ ਫੋਨ ਨਹੀਂ ਖੜਿਆ, ਤੇ ਪ੍ਰਸ਼ਾਦਾ ਵੀ 2 ਵਜੇ ਛਕਿਆ। ਸੋ ਉਹ ਸਾਰੇ ਪ੍ਰੈਸ਼ਰ ਸੀ, ਉਹਦੇ ਕਰਕੇ ਕਿਹਾ ਸੀ ਵੀ ਕੋਈ ਗੱਲ ਨਹੀਂ, ਰਾਜੇ ਵਾਲ ਨਾਲ ਤਾਂ 2 ਹੱਥ ਕਰਾਂਗੇ, ਹੁਣ ਵੀ ਕਰਾਂਗੇ, ਇਹਦੇ ਨਾਲ ਕੋਈ ਐਸੀ ਗੱਲ ਨਹੀਂ ਹਨਾ। ਤੇ ਬਾਕੀ ਸਾਨੂੰ ਕੋਈ ਬਹੁਤਾ ਇਲੈਕਸ਼ਨਾਂ ਦਾ, ਮੈਂ ਤਾਂ ਇਹਨਾਂ ਗੱਲਾਂ 'ਚ ਕਦੇ ਸੋਚਿਆ ਵੀ ਨਹੀਂ। ਮੈਂ ਤਾਂ ਅੱਜ ਤੱਕ ਪੰਚਾਇਤ ਹਰੇਕ ਵਾਰ ਬਣਾਉਨੇ ਆ ਅਸੀਂ, ਬੜਿਆਂ ਦੇ ਭੁਲੇਖੇ ਉਰੇ ਕੱਢੇ ਨੇ, ਪੰਚਾਇਤੀ ਚੋਣਾਂ 'ਚ ਵੀ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ 'ਚ ਵੀ ਹਨਾ। ਤੇ ਪਰ ਇਹ ਹੈ ਵੀ ਮੈਂ ਤਾਂ ਕਦੇ ਅੱਜ ਤੱਕ ਪੰਚੀ ਦੀ ਵੀ ਕਦੇ ਕੋਈ ਚੋਣ ਨਹੀਂ ਲੜਿਆ। ਇਹ ਤਾਂ ਇਹ ਹੈ ਰਾਜੇਵਾਲ ਸਿੱਧਾ ਹੀ ਕਦੇ ਪਿੰਡ ਦਾ ਮੈਂਬਰ ਪੰਚਾਇਤ ਵੀ ਨਹੀਂ ਇਹ ਆਪਣੇ ਪਿੰਡ ਦਾ ਬਣਿਆ, ਸਿੱਧਾ ਹੀ ਚੀਫ ਮਿਨਿਸਟਰੀ ਦਾ ਕੈਂਡੀਡੇਟ ਬਣਨ ਨੂੰ ਫਿਰਦਾ। ਅਸੀਂ ਤਾਂ 5-7 ਵਾਰ ਆਜ਼ਾਦੀ ਤੋਂ ਬਾਅਦ ਉਰੇ ਪਿੰਡ 'ਚ ਹਮੇਸ਼ਾ ਪੰਚਾਇਤ ਬਣਾਉਂਦੇ ਰਹੇ ਹਾਂ ਅਸੀਂ ਤਾਂ, ਇਸ ਕਰਕੇ ਇਹਨੂੰ ਦਿਖਾਉਣਾ ਹੀ ਸੀ। ਤੇ ਬਾਕੀ ਮੈਂ ਤਾਂ ਹੈਰਾਨ ਹੈ ਕਿ ਸੰਗਤ ਨੇ ਜਿੰਨਾ ਪਿਆਰ ਦਿੱਤਾ, ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਹੀ ਰਹਾਂਗੇ, ਸਾਰੇ ਉਹਨਾਂ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਫਿਰ ਵੀ ਉਹਨਾਂ ਨੂੰ ਬਿਨਾਂ ਭਰੋਸੇ ਚਲੇ ਆਪਾਂ ਕੋਈ ਐਸੀ ਗੱਲ ਨਹੀਂ ਕਰਾਂਗੇ, ਜ਼ਰੂਰ ਮਦਦ ਕਰਾਂਗੇ ਜੀ। ਇਲੈਕਸ਼ਨ ਲੜਨ ਦਾ ਕੋਈ ਮਨ 'ਚ ਹੈ ਨਹੀਂ, ਨਾ ਕੌਮ 'ਚ ਫੁੱਟ ਪਾਉਣ ਦੀ ਹੈ, ਨਾ ਕਿਸੇ ਤੋਂ ਇਹ ਕਹਾਉਣ ਦੀ ਹੈ ਕਿ ਸਾਡੇ ਕਰਕੇ ਉੱਥੇ ਨੁਕਸਾਨ ਹੋ ਗਿਆ। ਹਮੇਸ਼ਾ ਕੌਮ ਲਈ ਦਿਨ ਰਾਤ 24 ਘੰਟੇ ਹਾਜ਼ਰ ਰਹਾਂਗੇ। ਕੌਮ ਲਈ ਉਹ ਜਨਮੇ ਆ ਤੇ ਕੌਮ ਲਈ ਉਹ ਮਰਾਂਗੇ। ਤੇ ਬਾਕੀ ਮੇਰੇ ਕੋਲ ਖੜਾ ਪੁੱਤਰ ਸਾਡਾ, ਇਹ ਤੁਹਾਡੇ ਨਾਲ ਗੱਲਾਂ ਕਰਦਾ 2 ਮਿੰਟ, ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਡਿਟੇਲ ਨਾਲ ਦੱਸ ਹੀ ਦਿੱਤਾ।
ਅਸੀਂ ਵੀ ਆਸ ਕਰਦੇ ਹਾਂ ਕਿ ਜੇ ਮੈਂ ਇਲੈਕਸ਼ਨ ਉੱਥੋਂ ਲੜਦਾ ਸਮਰਾਲੇ ਤੋਂ, ਬਾਬਾ ਜੀ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ, ਇਹਨਾਂ ਤੋਂ ਬਿਨਾਂ ਮੈਂ ਇਲੈਕਸ਼ਨ ਨਹੀਂ ਲੜਦਾ। ਕਿਉਂਕਿ ਜੋ ਗੱਲਾਂ ਇਹਨਾਂ ਨੇ ਸਟੇਜ ਤੇ ਲੋਕਾਂ ਨੂੰ ਦੱਸ ਦੇਣੀਆਂ ਨੇ, ਜੋ ਇਹਨਾਂ ਨੇ ਪ੍ਰਚਾਰ ਕਰ ਦੇਣਾ, ਅਸੀਂ ਵੀ ਇਹਨਾਂ ਤੋਂ ਸਿੱਖ ਰਹੇ ਹਾਂ। ਆਉਣ ਵਾਲੇ ਸਮੇਂ 'ਚ ਇਹਨਾਂ ਕੋਲੋਂ ਸਿੱਖਦੇ ਰਹਿਣਾ। ਤੋ ਅਸੀਂ ਆਸ ਕਰਦੇ ਹਾਂ ਕਿ ਬਾਬਾ ਜੀ ਸਾਡੀ ਪੂਰੀ ਦੱਬ ਕੇ ਸਪੋਰਟ ਕਰਨਗੇ। ਜਿਵੇਂ ਇਹਨਾਂ ਨੇ ਦੱਸਿਆ ਕਿ ਸਮਰਾਲੇ ਹਲਕੇ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਪਰਿਵਾਰ ਆ, 90-92 ਪਿੰਡਾਂ ਦੇ ਵਿੱਚ ਇਹਨਾਂ ਦੀ ਜਿਹੜੀਆਂ ਰਿਸ਼ਤੇਦਾਰੀਆਂ ਜਾਂ ਇਹਨਾਂ ਦੇ ਸਕੇ ਸੰਬੰਧੀ ਉੱਥੇ ਬੈਠੇ ਨੇ। ਸੋ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਬਾਬਾ ਜੀ ਚੱਲਣਗੇ। ਕਿਉਂਕਿ ਜਿਵੇਂ ਇਹਨਾਂ ਨੇ ਤੁਹਾਨੂੰ ਦੱਸੀ ਦਿੱਤਾ, ਸਾਡੀ ਲੜਾਈ ਸਿਰਫ ਉਸ ਸੋਚ ਦੇ ਵਿਰੁੱਧ ਆ, ਜਿਹੜੀ ਸੋਚ ਸਾਨੂੰ ਖਤਮ ਕਰਨਾ ਚਾਹੁੰਦੀ ਆ, ਚਾਹੇ ਉਹ RSS ਦੀ ਆ, BJP ਦੀ ਆ, ਚਾਹੇ ਬਾਦਲ ਦਲੀਆਂ ਦੀਆਂ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਾਪਤਾ ਕਰਤੇ, ਸਿੱਖਾਂ ਨੂੰ ਕੋਹ ਕੇ ਮਾਰਿਆ, ਸਾਡੀਆਂ ਪਿਓਾਂ ਦੀਆਂ ਥਾਣਿਆਂ 'ਚ ਦਾੜੀਆਂ ਪੁੱਟੀਆਂ, ਸਾਡੀਆਂ ਧੀਆਂ ਦੀਆਂ ਬੇਪਤੀਆਂ ਕੀਤੀਆਂ ਥਾਣਿਆਂ 'ਚ ਕਾਂਗਰਸ ਅਕਾਲੀਆਂ ਨੇ ਮਿਲ ਕੇ। ਸੋ ਸਾਡੀ ਲੜਾਈ ਉਹਨਾਂ ਨਾਲ ਆ, ਨਾ ਕਿ ਸਾਡੀ ਆਪਸ ਵਿੱਚ ਆ। ਜੇ ਅਸੀਂ ਆਪਸ ਵਿੱਚ ਲੜਦੇ ਰਹਿ ਗਏ ਤਾਂ ਹੋ ਸਕਦਾ ਜਿਹੜੇ ਦੂਜੇ ਤੀਜੇ ਚੱਲੇ ਹੋਏ ਨੇ ਦਿੱਲੀ ਤੋਂ, ਜਿਨ੍ਹਾਂ ਨੂੰ ਨਾਗਪੁਰ ਤੋਂ ਸਿਗਨਲ ਮਿਲਦਾ, ਜਿਹੜੇ ਨਾਗਪੁਰ ਦੀ ਬੋਲੀ ਬੋਲਦੇ ਨੇ RSS ਦੀ, ਇਹ ਫਾਇਦਾ ਲੈ ਜਾਣ। ਸੋ ਸਾਡਾ ਬਿਲਕੁਲ ਵੀ ਇਹੋ ਜਿਹਾ ਮਨ ਨਹੀਂ ਹੈਗਾ ਕਿ ਅਸੀਂ ਪੰਥਕ ਚਿਹਰਿਆਂ ਦੇ ਬਾਬਾ ਜੀ ਐਡੀ ਸਤਿਕਾਰਯੋਗ ਸ਼ਖਸੀਅਤ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਚੱਲੀਏ ਜਾਂ ਇਹ ਸਾਡੇ ਖਿਲਾਫ ਚੱਲਣ। ਇਹ ਬਿਲਕੁਲ ਨਹੀਂ ਹੋਊਗਾ। ਬਿਲਕੁਲ ਜੋ ਵੀ ਫੈਸਲਾ ਹੋਊਗਾ ਰਲ ਮਿਲ ਕੇ ਹੋਊਗਾ ਤੇ ਸੰਗਤ ਉਸ ਫੈਸਲੇ ਨੂੰ ਪ੍ਰਵਾਨ ਕਰੂਗੀ ਤੇ ਸਾਨੂੰ ਵੀ ਦੋਵਾਂ ਨੂੰ ਉਹ ਫੈਸਲਾ ਪ੍ਰਵਾਨ ਹੋਊਗਾ। ਸੋ ਆਓ ਆਪਾਂ ਰਲ ਕੇ, ਜਿਨ੍ਹਾਂ ਨੇ ਸਾਡੇ ਨਿਸ਼ਾਨ ਸਾਹਿਬਾਂ ਤੇ ਕਿੰਤੂ ਪ੍ਰੰਤੂ ਕੀਤਾ, ਜਿਨ੍ਹਾਂ ਨੇ ਸਾਨੂੰ ਸ਼ਰਾਰਤੀ ਆਨਸਰ ਦੱਸਿਆ, ਅਸੀਂ ਵੀ ਸਾਰਾ ਸ਼ੁਰੂ ਤੋਂ ਲੈ ਕੇ 1.25 ਸਾਲ ਤੋਂ ਲੈ ਕੇ ਅਸੀਂ ਵੀ ਕਿਸਾਨੀ ਸੰਘਰਸ਼ 'ਚ ਰਹੇ ਹਾਂ। ਅਸੀਂ ਵੀ ਅਥਰੂ ਗੈਸ ਖਾਧੀ ਆ, ਲਾਠੀ ਚਾਰਜ ਹੋਇਆ ਸਾਡੇ ਤੇ, ਅਸੀਂ ਵੀ ਘਰਾਂ ਤੋਂ ਬੇਘਰ ਹੋ ਕੇ ਰਹੇ ਹਾਂ। ਇਕੱਲੇ ਇਹ ਨਹੀਂ ਕਿ ਜਿਹੜੇ ਕਿਸਾਨੀ ਲੀਡਰ ਨੇ ਇਹਨਾਂ ਨੇ ਕਿਸਾਨੀ ਸੰਘਰਸ਼ ਲੜਿਆ। ਸੋ ਸਾਰੇ ਪੰਜਾਬ ਦੇ ਪੁੱਤਾਂ ਨੇ, ਮਾਵਾਂ ਨੇ, ਸਾਰਿਆਂ ਨੇ ਰਲ ਮਿਲ ਕੇ ਲੜਿਆ। ਦੂਜੀ ਗੱਲ ਇਹ ਆ, ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਨੌਜਵਾਨਾਂ ਨੇ ਕਿਸਾਨ ਦੇ ਵਿੱਚ ਮੂਹਰੀ ਹੋ ਕੇ ਭੂਮਿਕਾ ਨਿਭਾਈ ਆ, ਇਹ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦਾ ਆਪਣਾ ਬਿਆਨ ਆ ਕਿ ਅਸੀਂ ਉਹਨਾਂ ਨੂੰ ਅੱਖੋਂ ਓਲੇ ਨਹੀਂ ਕਰਾਂਗੇ। ਕਿ ਫੇਰ ਰਾਜੇਵਾਲ ਸਾਹਿਬ ਨੂੰ ਪਤਾ ਨਹੀਂ ਸੀਗਾ ਸਮਰਾਲੇ ਹਲਕੇ ਦੇ ਵਿੱਚੋਂ ਕਿਹੜਾ ਨੌਜਵਾਨ ਮੋਹਰੀ ਹੋ ਕੇ ਚੱਲਿਆ ਸੀਗਾ। ਸੋ ਸਾਰਾ ਕੁਝ ਅਣਦੇਖੀ ਕਰਕੇ ਉਹਨਾਂ ਹੀ ਰਾਜਨੀਤੀਆਂ ਦੇ ਪਾਰਟੀਆਂ ਦੇ ਕੱਢੇ ਹੋਏ ਲੀਡਰ, ਚਾਹੇ ਉਹ ਝਾੜੂ ਵਾਲੇ ਹੋਣ, ਚਾਹੇ ਉਹ ਦੂਜੇ ਤੀਜੇ ਦੇ ਹੋਣ, ਆ ਇੱਧਰ ਮਾਨਸਾ ਸਾਈਡ ਵੀ ਇੱਕ ਲੀਡਰ ਨੂੰ ਇਹਨਾਂ ਨੇ ਟਿਕਟ ਦਿੱਤੀ, ਜਿਹੜਾ ਬਾਦਲ ਦਲ ਦੇ ਵਿੱਚ ਸੀ, ਹੁਣ ਇਹਨਾਂ ਦੀ ਜਿਹੜੀ ਟਿਕਟ ਆ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਆ। ਸੋ ਇਹ ਚੀਜ਼ਾਂ ਨੇ, ਉਹੀ ਜਿਹੜੀਆਂ ਚਿਹਰੇ ਨੇ ਉਹਨਾਂ ਨੂੰ ਕਿਸਾਨੀ ਚਿਹਰੇ ਦੇ ਵਿੱਚ ਲਿਆ ਕੇ ਸਾਡੇ ਸਾਹਮਣੇ ਪਰੋਸਿਆ ਜਾ ਰਿਹਾ, ਸਾਨੂੰ ਅੱਖਾਂ ਉੱਲੇ ਕੀਤਾ ਜਾ ਰਿਹਾ। ਸਾਡੀ ਲੜਾਈ ਆਪਣੇ ਪੰਜਾਬ ਲਈ, ਆਪਣੇ ਇਸ ਦੇਸ਼ ਲਈ, ਮਿੱਟੀ ਲਈ, ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੇ ਹੱਕਾਂ ਲਈ ਤੇ ਕੌਮ ਤੇ ਪੰਥ ਲਈ ਆ। ਸੋ ਮੈਂ ਆਸ ਕਰਦਾ ਆਪਾਂ ਸਾਰੇ ਰਲ ਮਿਲ ਕੇ ਜਿਹੜੀ ਇਹ ਲੜਾਈ ਹੈ ਰਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਬੇਨਤੀ ਸੀਗੀ ਕਿ ਰਾਜੇਵਾਲ ਨੂੰ ਆਪਾਂ ਪੁੱਛੀਏ ਤਾਂ ਸਹੀ ਵੀ ਜਿਹੜੀਆਂ ਟਿਕਟਾਂ ਦਿੱਤੀਆਂ ਨੇ ਇਹਨਾਂ ਚੋਂ ਕਿਸਾਨ ਕੌਣ ਹੈ, ਉਸ ਮੋਰਚੇ 'ਚ ਕੌਣ ਗਿਆ ਸੀ। ਇਹ ਅੱਜ ਇੰਡਸਟਰੀਲਿਸਟਾਂ ਨੂੰ ਟਿਕਟਾਂ ਦੇ ਰਹੇ ਨੇ, ਅਮੀਰ ਬੰਦਿਆਂ ਨੂੰ ਟਿਕਟਾਂ ਦੇ ਰਹੇ ਨੇ, ਜਾਂ ਜਿਹੜੇ ਦੂਈਆਂ ਪਾਰਟੀਆਂ 'ਚੋਂ ਆਏ ਨੇ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ। ਇਹੀ ਕਿਸਾਨੀ ਦਾ ਚਿਹਰਾ, ਇਹੀ ਮਾਡਲ ਤੁਸੀਂ ਪੰਜਾਬ ਨੂੰ ਦੇਣਗੇ ਹੋ। ਇਹ ਤਾਂ ਦੂਜੀਆਂ ਪਾਰਟੀਆਂ 'ਚੋਂ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਉਹੀ ਉਹਨਾਂ ਨੂੰ ਇਹ ਚੱਕ ਟਿਕਟਾਂ ਦੇਤੀਆਂ ਜਿਹੜੀਆਂ ਹੁਣ ਤੱਕ ਦਿੱਤੀਆਂ ਨੇ, ਤੇ ਆਪ ਇੱਥੋਂ ਸਮਰਾਲੇ ਤੋਂ ਲੈ ਲਈ। ਠੀਕ ਹੈ, ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਬੈਠ ਕੇ ਵਿਚਾਰ ਕਰਦੇ ਆਂ ਤੇ ਬਾਕੀ ਆਪਾਂ ਹਾਜ਼ਰ ਹਾਂ ਜੀ ਹਰ ਪਾਸੇ, ਕੌਮ ਦੀ ਲੜਾਈ ਲਈ ਵੀ ਤੇ ਕੌਮ ਦੇ ਸੰਘਰਸ਼ ਲਈ ਵੀ, ਤੇ ਤਨ ਮਨ ਧਨ ਜੋ ਕੁਛ ਹੈ ਸਭ ਕੌਮ ਦਾ, ਤੇ ਕੌਮ ਦੇ ਹੀ ਨਾਲ ਖੜਨਾ। ਕਦੇ ਨਾ ਇਹ ਮਨ 'ਚ ਸੋਚਿਆ ਕਿਸੇ ਦੀ ਵਿਰੋਧਤਾ ਕਰਨੀ ਹੈ, ਨਾ ਕਿਸੇ ਕੌਮੀ ਬੰਦੇ ਪ੍ਰਤੀ ਮਨ 'ਚ ਈਰਖਾ, ਕੋਈ ਰੱਖਿਆ ਹੀ ਨਾ ਕਰੋ ਯਾਰ। ਇਹ ਤਾਂ ਬੈਠ ਕੇ ਗੱਲ ਕਰ ਲਿਆ ਕਰੋ। ਆਪਾਂ ਕਿੰਨੇ ਕੁ ਬੰਦੇ ਆ ਜਿਹੜੇ ਕੌਮੀ ਗੱਲ ਕਰਦੇ ਆ, ਹਨਾ। ਇਹ ਤਾਂ ਜੇ ਕਿਸੇ ਨੂੰ ਕਿਸੇ ਪ੍ਰਤੀ ਕੋਈ ਹੈਗੀ ਆ ਗੱਲ, ਬੈਠ ਕੇ ਕਰ ਲੈਣੀ ਚਾਹੀਦੀ ਆ। ਦੇਖੋ ਅੱਜ ਵਰਿੰਦਰ ਹੁਣੀ ਆਏ ਨੇ, ਹੋ ਗਏ ਸਾਨੂੰ 1.5 ਘੰਟਾ, 1.5 ਪੌਣੇ 2 ਘੰਟੇ ਹੋ ਗਏ ਬੈਠਿਆਂ ਨੂੰ, ਹਨਾ। ਸੋ ਬੈਠ ਕੇ ਆ ਜਿਹੜੀ ਗੱਲ ਆ ਹੋ ਜੂਗੀ, ਕੋਈ ਚੱਕਰ ਵਾਲੀ ਗੱਲ ਨਹੀਂ। ਸੋ ਫੇਰ ਕਰਦੇ ਆ ਗੱਲਬਾਤ। ਸੋ ਆਪਾਂ ਇਹਨਾਂ ਨੂੰ ਦੱਸਤਾ ਸਾਰੀ ਗੱਲ, ਕੋਈ ਐਸੀ ਗੱਲ ਨਹੀਂ। ਦੋਹਾਂ ਜਣਿਆਂ 'ਚੋਂ ਇੱਕ ਜਣਾ ਹੀ ਲੜੂਗਾ ਚੋਣ। ਠੀਕ ਹੈ, ਆਪਾਂ ਬੈਠ ਕੇ ਸਾਰੀ ਗੱਲਬਾਤ ਕਰਦੇ ਆਂ। ਔਰ ਰਾਜੇਵਾਲ ਦੀਆਂ ਤਾਂ ਚੀਕਾਂ ਮਰਵਾਉਣੀਆਂ ਹੀ ਮਰਾਉਣੀਆਂ ਨੇ। ਇਹਦੇ ਵਾਸਤੇ ਚਾਹੇ ਕੁਝ ਵੀ ਕਰਨਾ ਪਵੇ, ਚਾਹੇ ਮੈਨੂੰ 1 ਮਹੀਨਾ ਸਮਰਾਲੇ ਲਾਉਣਾ ਪਵੇ। ਇਹ ਜਿਹੜੀ ਲੜਾਈ, ਜਿਹੜੇ ਆਪਣੇ ਪੰਥਕ ਬੰਦੇ ਨੇ, ਇਹ ਵੀ ਛੋਟੀ ਸੋਚ ਨਾ ਰੱਖਿਆ ਕਰੋ। ਜਿਹੜੀ ਤੁਸੀਂ ਪਾ ਪੋਸਟਾਂ ਲਿਖ ਬੈਠ ਕੇ ਜਾਣਾ, ਤਾਂ ਮੈਨੂੰ ਪਤਾ ਫੀਲਡ 'ਚ ਕਿਸੇ ਨੇ ਨਹੀਂ ਜਾਣਾ। ਅਸੀਂ ਤਾਂ ਦੇਖਿਆ ਪਹਿਲੀਆਂ ਇਲੈਕਸ਼ਨਾਂ 'ਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਥੋਂ ਲੜਦੇ ਦੀ ਫੀਲਡ ਤੇ, ਜਦ ਵੀ ਅਸੀਂ ਡੰਡਾ ਸੋਟਾ ਵੀ ਹੁੰਦੇ ਸੀ, ਘਰ ਜਾਂਦੇ ਸੀ, 12 ਵਜੇ ਹੁੰਦੇ ਸੀ। ਜਦ ਸਰਦਾਰ ਅਮਾਨ ਸਿੰਘ ਲੜੇ ਨੇ, ਪੁੱਛ ਲਿਓ ਮਾਨ ਸਾਹਿਬ ਦੇ ਪਰਿਵਾਰ ਨੂੰ ਕਿ ਉਹਨਾਂ ਦੀ ਇਲੈਕਸ਼ਨ 'ਚ ਪਲਵਿੰਦਰ ਸਿੰਘ ਤਲਵਾੜੇ ਦਾ ਕੀ ਰੋਲ ਰਿਹਾ। ਔਰ ਉਸ ਵੇਲੇ ਅਮਾਨ ਸਿੰਘ ਨੂੰ ਮੁਕਾਬਲੇ 'ਚ ਲਿਆਉਣ ਵਾਲੇ ਅਸੀਂ ਸੀਗੇ। ਦਿਨ ਰਾਤ ਇੱਕ ਕਰਦੀ ਦਾ। ਬਾਕੀ ਦਾ ਜਿਹੜੇ ਤੁਸੀਂ ਬੈਠ ਕੇ ਲਿਖਦੇ ਹੋ, ਇਹ ਮਾੜਾ ਜਿਹਾ ਪੰਥ ਦਾ ਏਕਤਾ ਦਾ ਉਹ ਰੱਖਿਆ ਕਰੋ। ਸਾਡੀ ਪੰਥਕ ਬੰਦੇ ਨਾਲ ਕਿਸੇ ਨਾਲ ਕੋਈ ਲੜਾਈ ਨਹੀਂ, ਨਾ ਅਸੀਂ ਇਹ ਕਦੇ ਚਾਹੁੰਦੇ ਆ ਤੇ ਨਾ ਅਸੀਂ ਇਹ ਕਦੇ ਕਰਨੀ ਹੈ, ਕਦੇ ਹੋਊਗੀ ਵੀ ਨਹੀਂ ਸਾਡੇ ਵੱਲੋਂ।
ਚਾਹੇ ਸਾਡੇ ਬਾਰੇ ਕੋਈ ਕੁਝ ਬੋਲੀ ਜਾਵੇ, ਸਾਨੂੰ ਕੋਈ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਤੇ ਅਸੀਂ ਜਵਾਬ ਦੇ ਆਪਣੇ ਗੁਰੂ ਨੂੰ ਹੈ, ਆਪਣੀ ਕੌਮ ਨੂੰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੈ। ਤੇ ਬਾਕੀ ਕੋਈ ਸਾਡੇ ਮਨ 'ਚ ਇਹੋ ਜਿਹੀ ਗੱਲ ਨਹੀਂ, ਨਾ ਕੋਈ ਲਾਲਸਾਵਾਂ ਨੇ, ਕੋਈ ਲਾਲਸਾ ਨਹੀਂ ਹੈਗੀ, ਕੋਈ ਵੀ ਅੱਜ ਤੱਕ ਨਹੀਂ ਪਾਲੀ ਲਾਲਸਾ, ਕਦੇ ਹੁਣ ਤੱਕ ਹੀ ਪਾਲ ਲੀਆਂ ਹਨਾ। ਤੇ ਪਤਾ ਗੁਰੂ ਮਹਾਰਾਜ ਨਾਲ ਜੁੜੇ ਹੋਏ ਆ, ਹਮੇਸ਼ਾ ਉਹਦੇ ਤੇ ਭਰੋਸਾ, ਤੇ ਕਦੇ ਨਹੀਂ ਕੋਈ ਐਸੀ ਗੱਲ ਹੈਗੀ। ਸੋ ਸਾਰੇ ਜਿਹੜੇ ਥੱਲੇ ਵਾਲੇ ਵਰਕਰ ਸਾਹਿਬਾਨ ਇਹਨਾਂ ਨੂੰ ਬੇਨਤੀ ਹੈ ਕਿ ਮਾੜਾ ਮੋਟਾ ਦੇਖ ਵਿਚਾਰ ਲਿਆ ਕਰੋ। ਇਹ ਜਿਹੜੀ ਸਾਡਾ ਚੈਲੰਜ ਸੀ, ਮੇਰਾ ਆਪਦਾ, ਇਹ ਨਿੱਜੀ ਸੀਗਾ, ਠੀਕ ਹੈ ਜੀ। ਤੇ ਸੰਗਤ ਦਾ ਪ੍ਰੈਸ਼ਰ ਸੀ, ਬਾਹਰੋਂ ਵੀ ਪ੍ਰੈਸ਼ਰ ਸੀ, ਤੇ ਬੜੇ ਮੋਹਾਲੀ ਚੰਡੀਗੜ੍ਹ ਤੋਂ ਜਿਹੜੇ ਬੰਦਿਆਂ ਦੇ ਨਾਲ ਅਸੀਂ ਖੜੇ ਆ ਡਟ ਕੇ, ਉਹ ਸਾਰੇ ਆਏ ਸੀ, ਪੂਰੇ ਫੈਕਟਰੀਆਂ ਵਾਲੇ ਸੀ, ਸਾਰੇ ਆਏ ਸੀ। ਤੇ ਉਹਨਾਂ ਨੇ ਜਿਨ੍ਹਾਂ ਨੇ ਵੀ ਕਿਹਾ, ਮੈਂ ਰਾਏਕੋਟ ਤੋਂ ਖਾਸ ਕਰਕੇ ਉਸ ਏਰੀਏ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਇੱਥੇ ਹੀ ਰਹਾਂਗੇ, ਘਰ ਵੀ ਆਪਣੇ ਕਿਰਾਏ ਤੇ ਲਵਾਂਗੇ, ਗੱਡੀਆਂ ਵੀ ਲੈ ਕੇ ਆਵਾਂਗੇ, ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜੀ, ਬਹੁਤ ਬਹੁਤ। ਤੇ ਜੇ ਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਉੱਥੇ ਆਪਾਂ ਰਲ ਮਿਲ ਕੇ ਇਲੈਕਸ਼ਨ ਲੜਦੇ ਆਂ ਹਨਾ, ਜਿਹੜਾ ਵੀ ਲੜੂਗਾ, ਬਰਿੰਦਰ ਲੜੂਗਾ, ਇਹਦੀ ਡਟ ਕੇ ਸਪੋਰਟ ਕਰਾਂਗੇ। ਸੋ ਇਹ ਸਾਰੀ ਜਿਹੜੀ ਸੀਗੀ ਮੇਰੀ ਆਪਣੀ ਸੀਗੀ, ਇਹ ਨਿੱਜੀ ਸੀ, ਇਹ ਰਾਜੇਵਾਲ ਦੇ ਉਹ ਸੀ, ਰਾਜੇਵਾਲ ਨੂੰ ਬਣਾਉਣਾ ਜ਼ਰੂਰ ਹੈ ਬੰਦਾ ਹਨਾ, ਇਸ ਕਰਕੇ ਕਿਉਂਕਿ ਉਹਨੇ ਕੌਮ ਨੂੰ ਬਹੁਤ ਜ਼ਿਆਦਾ ਉੱਥੇ ਬਦਨਾਮ ਕੀਤਾ, ਕਦੇ ਸਾਡੇ ਨਿਸ਼ਾਨ ਸਾਹਿਬ ਨੂੰ, ਕਦੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ, ਤੇ ਕਦੇ ਜਿਹੜੇ ਆਪਣੇ ਝੰਡੇ ਲਾਏ ਹੋਏ ਸੀ ਟਰੈਕਟਰਾਂ ਤੇ ਉਹਨੂੰ, ਤੇ ਕਦੇ ਸੰਤ ਜਰਨੈਲ ਸਿੰਘ ਉਹਨਾਂ ਬਾਰੇ ਗੱਲ ਕਰਨੀ, ਕਦੇ ਉਹਨੇ ਕਹਿਣਾ ਖਾਲਿਸਤਾਨ ਜਾ ਕੇ ਬਾਹਰ ਬਣਾ ਲਓ, ਤੁਸੀਂ ਖਾਲਿਸਤਾਨੀ ਹੋ। ਹਾਲਾਂਕਿ ਪੂਰੇ ਸੰਘਰਸ਼ ਦੇ ਵਿੱਚ ਕਿਸੇ ਨੇ ਖਾਲਿਸਤਾਨ ਦੀ ਕੋਈ ਇੱਕ ਸ਼ਬਦ ਵੀ ਨਹੀਂ ਸੀ ਬੋਲਿਆ। ਇਹ ਬੰਦਾ ਪਲੰਟਡ ਹੈ। ਹੁਣ ਵੀ ਅਸੀਂ ਇਹ ਗੱਲ ਠੋਕ ਵਜਾ ਕੇ ਕਹਿੰਦੇ ਆ, ਇਹ ਗੱਲ ਸਾਰੀ ਸਾਬਤ ਵੀ ਹੋ ਗਈ। ਡੱਲੇਵਾਲ ਸਾਹਿਬ ਨੇ ਵੀ ਇਹ ਗੱਲਾਂ ਸਾਰੀਆਂ ਸਾਬਤ ਕਰਤੀਆਂ। ਪੈਸੇ ਵੀ ਇਹਨਾਂ ਨੇ ਬਣਾਏ ਨੇ, ਕੌਮ ਦਾ ਰੁਪਈਆ ਵੀ ਇਹਨਾਂ ਨੇ ਖਾਦਾ, ਤੇ ਪਲੰਟਡ ਵੀ ਸਰਕਾਰ ਵੱਲੋਂ ਇਹ ਤੀ। ਔਰ ਜਿਹੜੀਆਂ ਇਹ ਚਿੱਠੀਆਂ ਲਿਖਦਾ ਸੀ, ਉਹ ਵੀ ਇਹੀ ਲਿਖਦਾ ਸੀ। ਉਹ ਕਿਉਂ ਲਿਖਦਾ ਸੀ, ਇਹ ਹੁਣ ਆਪਾਂ ਸਾਰੇ ਜਿਹੜੇ ਸਵਾਲ ਜਵਾਬ ਨੇ ਪੋਸਟਰਾਂ ਰਾਹੀਂ, ਫਲੈਕਸਾਂ ਰਾਹੀਂ ਤੇ ਪਿੰਡਾਂ 'ਚ ਇਹਨੂੰ ਘੇਰ ਕੇ ਪੁੱਛਾਂਗੇ ਕਿ ਉਹ ਚਿੱਠੀਆਂ ਕਿਉਂ ਸੰਯੁਕਤ ਮੋਰਚੇ ਦੀ ਬਿਨਾਂ ਰਾਏ ਤੋਂ ਕਿਉਂ ਚਿੱਠੀਆਂ ਲਿਖੀਆਂ, ਤੇ ਡੱਲੇਵਾਲ ਸਾਹਿਬ ਦੀਆਂ ਗੱਲਾਂ ਦਾ ਜਵਾਬ ਦੇ। ਤੇ ਪਲਾਂਟਡ ਤੂੰ ਆਪ ਤੀ ਸੇ ਦੱਸਦਾ ਸੀ ਕਿਸੇ ਹੋਰ ਲੋਕਾਂ ਨੂੰ। ਸੋ ਜਿਨ੍ਹਾਂ ਵੀਰਾਂ ਨੇ ਸਹਿਯੋਗ ਕਰਨ ਲਈ ਬਹੁਤ ਜ਼ਬਰਦਸਤ ਤਰੀਕੇ ਨਾਲ ਸਮਰਥਨ ਕੀਤਾ, ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਬਾਕੀ ਆਪਣੇ ਸਿੰਘਾਂ ਦੀ ਰਿਹਾਈ ਵਾਲਾ ਜਿਹੜਾ ਮੋਰਚਾ, ਉਹ ਵੀ ਆਪਾਂ ਲਾਉਣਾ, ਹਰ ਹਾਲਤ 'ਚ ਸਿੰਘਾਂ ਦੀ ਰਿਹਾਈ ਕਰਾਉਣੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹੀ 4 ਗੱਲਾਂ ਕਰਨੀਆਂ ਸੀਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।